ਸਤਿ ਸ੍ਰੀ ਅਕਾਲ ਜੀ। ਪ੍ਰੋਗਰਾਮ ਚਰਚਾ ਦੇ ਵਿੱਚ ਤੁਹਾਡਾ ਸਵਾਗਤ। ਪਿਆਰੇ ਦਰਸ਼ਕੋ, ਇੱਕ ਵਾਰ ਜਦੋਂ ਅਕਾਲੀ ਦਲ ਦੀ ਬਹੁਤ ਬੁਰੀ ਤਰੀਕੇ ਨਾਲ ਦੂਜੀ ਵਾਰ ਹਾਰ ਹੋਈ ਔਰ ਦੋਨੇ ਲੋਕ ਸਭਾ ਤੇ ਵਿਧਾਨ ਸਭਾ 'ਚ ਹਾਰ ਹੋਈ ਤੇ ਮੰਗ ਉੱਠੀ ਕਿ ਲੀਡਰਸ਼ਿਪ 'ਚ ਤਬਦੀਲੀ ਕਰ ਦਿੱਤੀ ਜਾਵੇ, ਜਿਹਨੂੰ ਬਗਾਵਤ ਦਾ ਨਾਮ ਵੀ ਦਿੱਤਾ ਜਾ ਸਕਦਾ ਹੈ ਤੇ ਦਿੱਤਾ ਵੀ ਗਿਆ। ਔਰ ਇਹ ਵੀ ਕਿਹਾ ਕਿ ਹੁਣ ਜਿਹੜੀ ਮੰਥਨ ਕਰੋ ਤੇ ਮੰਥਨ ਕਰਨ ਲਈ ਕਮੇਟੀ ਬਣਾਈ ਗਈ ਇਕਬਾਲ ਸਿੰਘ ਝੁੰਦਾ ਦੀ ਅਗਵਾਈ 'ਚ। ਕਮੇਟੀ ਨੇ ਜਿਹੜਾ ਕੁਝ ਜੋ ਨਿਰਣੇ ਦਿੱਤੇ, ਜੋ ਨਤੀਜੇ ਨਿਕਲੇ, ਜੋ ਫਾਈਂਡਿੰਗਸ ਆਈਆਂ, ਉਹਦੇ ਮੁਤਾਬਕ ਗੱਲਬਾਤ ਨਹੀਂ ਹੋਈ, ਪਰ ਕਿਹਾ ਗਿਆ ਕਿ ਜੀ ਝੁੰਦਾ ਕਮੇਟੀ ਦੀਆਂ ਸਿਫਾਰਿਸ਼ਾਂ ਮੰਨ ਲਈਆਂ ਗਈਆਂ। ਲੇਕਿਨ ਸੁਖਬੀਰ ਸਿੰਘ ਬਾਦਲ ਕਹਿੰਦੇ ਅਗਲੇ 10-12 ਸਾਲ ਲਈ ਤਾਂ ਪ੍ਰਧਾਨ ਮੈਂ ਹੀ ਰਹੂੰਗਾ, ਬਾਕੀ ਦੇਖੋ ਕੀ ਕਰਨਾ, ਢਾਂਚਾ ਮੈਂ ਭੰਗ ਕਰਦਾ। ਇਸ ਕਿਸਮ ਦੀਆਂ ਗੱਲਾਂ ਆਪਾਂ ਸਭ ਨੇ ਸੁਣੀਆਂ ਨੇ, ਹੁੰਦੀਆਂ ਵੀ ਰਹੀਆਂ ਨੇ ਤੇ ਵਿੱਚ ਹੋ ਵੀ ਰਹੀਆਂ ਨੇ। ਪਰ ਇਸ ਸਾਰੇ ਦੇ ਦਰਮਿਆਨ ਸੰਗਰੂਰ ਦੀ ਇਲੈਕਸ਼ਨ ਤੋਂ ਬਾਅਦ, ਸੰਗਰੂਰ ਦੀ ਹਾਰ ਤੋਂ ਬਾਅਦ, ਸੰਗਰੂਰ ਦੀ ਬਹੁਤ ਬੁਰੀ ਤਰੀਕੇ ਦੀ ਹਾਰ ਤੋਂ ਬਾਅਦ, ਜਦੋਂ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਘੱਟ ਵੋਟਾਂ ਲੈਣ ਵਾਲੀ ਪਾਰਟੀ ਬਣਿਆ ਤਾਂ ਉਸ ਵੇਲੇ ਫਿਰ ਜਗਮੀਤ ਸਿੰਘ ਬਰਾੜ, ਉਸ ਤੋਂ ਬਾਅਦ ਕਰਨੈਲ ਸਿੰਘ ਪੰਜੌਲੀ ਤੇ ਫਿਰ ਹੌਲੀ ਹੌਲੀ ਕੁਝ ਹੋਰ ਬੰਦੇ ਜਿਹੜੇ ਬੋਲੇ, ਗੁਰਪ੍ਰਤਾਪ ਸਿੰਘ ਵਡਾਲਾ ਤੇ ਫਿਰ ਜਿਹੜਾ ਤੁਸੀਂ ਕਹਿ ਸਕਦੇ ਹੋ ਰਵਿੰਦਰ ਸਿੰਘ ਕਾਹਲੋਂ, ਇਹ ਸਾਰੇ ਲੋਕ ਬੋਲੇ, ਸੰਤਾਰ ਸਿੰਘ, ਇਹ ਸਾਰੇ ਬੋਲੇ। ਲੇਕਿਨ ਉਹਨਾਂ ਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਚੁੱਪ ਵੀ ਕਰਾ ਦਿੱਤਾ ਗਿਆ। ਮਤਲਬ ਇਹ ਕਿ ਬਗਾਵਤ ਜਿਹੜੀ ਹੈ ਇੱਕ ਕਿਸਮ ਦੀ ਖਤਮ ਕਰ ਦਿੱਤੀ ਗਈ। ਹਾਲ ਦੀ ਘੜੀ ਬਾਹਰੋਂ ਤਾਂ ਇਹੀ ਨਜ਼ਰ ਆਉਂਦਾ ਹੈ। ਲੇਕਿਨ ਅੱਜ ਜਿਹੜੀ ਗੱਲ ਅਸੀਂ ਤੁਹਾਡੇ ਨਾਲ ਕਰਨੀ ਹੈ ਉਹਦਾ ਸੰਦਰਭ ਸਿੱਧਾ ਤੇ ਸਿੱਧਾ ਕੱਲ ਦੀ ਜਗਮੀਤ ਸਿੰਘ ਬਰਾੜ ਦੀ ਪ੍ਰੈਸ ਕਾਨਫਰੰਸ ਨਾਲ ਹੈ। ਜਗਮੀਤ ਸਿੰਘ ਬਰਾੜ ਬਹੁਤ ਵਧੀਆ ਬੁਲਾਰਾ ਔਰ ਸਿੱਖ ਇਤਿਹਾਸ ਤੋਂ ਜਾਣੂ, ਭਾਵੇਂ ਕਾਂਗਰਸ ਦੇ ਸਾਂਸਦ ਰਹੇ, ਕਾਂਗਰਸ 'ਚ ਰਹੇ, ਕਾਂਗਰਸ ਦੇ ਅਬਜ਼ਰਵਰ ਵੀ ਰਹੇ ਔਰ ਜਦੋਂ ਲੋਕ ਸਭਾ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਹਰਾਇਆ ਸੀ ਉਸ ਤੋਂ ਬਾਅਦ ਉਹਨਾਂ ਦਾ ਕੱਦ ਕਾਫੀ ਜਿਹੜਾ ਹੈ ਉੱਚਾ ਇਸ ਕਰਕੇ ਵੀ ਹੋਇਆ ਸੀ, ਇੱਕ ਮੁੱਖ ਮੰਤਰੀ ਦੇ ਪੁੱਤਰ ਨੂੰ ਹਰਾਇਆ ਸੀ ਜਗਮੀਤ ਸਿੰਘ ਬਰਾੜ ਨੇ। ਜਗਮੀਤ ਸਿੰਘ ਬਰਾੜ ਨੇ ਕੱਲ ਫਿਰ ਕਿਹਾ ਕਿ ਮੈਂ ਇੱਕ ਕਮੇਟੀ ਬਣਾਈ ਹੈ, ਜਿਹੜੀ ਕਮੇਟੀ ਉਹਨਾਂ ਨੇ ਬਣਾਈ, ਕੋਆਰਡੀਨੇਟਰ ਉਹ ਨੇ, ਕਨਵੀਨਰ ਉਹ ਨੇ, ਕਹਿੰਦੇ ਕਿ 21 ਮੈਂਬਰ ਹੋਣਗੇ, ਸਾਰੇ ਅਕਾਲੀ ਦਲ, ਸਾਰੇ ਧੜੇ ਉਹਦੇ 'ਚ ਸ਼ਾਮਲ ਕੀਤੇ, 7 ਅਕਾਲੀ ਧੜਿਆਂ ਨੂੰ ਵੀ ਬੁਲਾਇਆ ਗਿਆ। ਜੇ ਆਪਾਂ ਦੇਖੀਏ ਤਾਂ ਉਹਦੇ ਵਿੱਚ ਉਹਨਾਂ ਨੇ ਜਿਹੜਾ ਇਹ ਨਾਮ ਦਿੱਤੇ 21 ਮੈਂਬਰ ਕਮੇਟੀ 'ਚ, ਉਹਦੇ ਸਰਦਾਰ ਸੁਖਬੀਰ ਸਿੰਘ ਬਾਦਲ, ਹਰਜਿੰਦਰ ਸਿੰਘ ਧਾਮੀ ਐਡਵੋਕੇਟ ਸਾਹਿਬ, ਸਿਮਰਜੀਤ ਸਿੰਘ ਮਾਨ ਸਾਹਿਬ, ਸੁਖਦੇਵ ਸਿੰਘ ਢੀਂਡਸਾ, ਮਨਜੀਤ ਸਿੰਘ ਜੀਕੇ, ਚਰਨਜੀਤ ਸਿੰਘ ਅਟਵਾਲ, ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੁੰਦੜ, ਸਰਦਾਰ ਮਨਪ੍ਰੀਤ ਸਿੰਘ ਇਆਲੀ, ਗੁਰਪ੍ਰਤਾਪ ਸਿੰਘ ਵਡਾਲਾ, ਸੰਤਾ ਸਿੰਘ ਉਮੇਦਪੁਰੀ, ਕਰਨੈਲ ਸਿੰਘ ਪੰਜੌਲੀ, ਕਿਰਨਜੋਤ ਕੌਰ, ਸਰਜੀਤ ਸਿੰਘ ਰਖੜਾ, ਰਣਜੀਤ ਸਿੰਘ ਤਲਵੰਡੀ, ਹਰਮੀਤ ਸਿੰਘ ਕਾਲਕਾ। ਮਤਲਬ ਇਹ ਕਿ ਲਗਭਗ 21 ਮੈਂਬਰਾਂ 'ਚ ਕੋਈ ਧੜਾ ਨਹੀਂ ਛੱਡਿਆ, ਸਾਰਿਆਂ ਨੂੰ ਲੈ ਆਏ। ਰਵਿੰਦਰ ਸਿੰਘ ਵੀ ਉਹਦੇ 'ਚ ਸ਼ਾਮਲ ਨੇ। ਇਹ ਉਹਨਾਂ ਨੇ ਜਿਹੜਾ ਹੈ ਕਿਹਾ ਕਿ 21 ਮੈਂਬਰ ਕਮੇਟੀ। ਇਹ ਵੀ ਕਿਹਾ ਕਿ ਕਾਈਆਂ ਤੋਂ ਮੈਂ ਜਿਹੜੀ ਹੈ ਹਾਂ ਕਰਾ ਲਈ ਹੈ, ਲੇਕਿਨ ਨਾਲ ਦੀ ਨਾਲ ਹੀ ਰਿਐਕਸ਼ਨ ਆਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ। ਕਹਿੰਦੇ ਜੀ ਇਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ ਹੈ ਕਮੇਟੀ ਬਣਾਉਣ ਦਾ? ਦਲਜੀਤ ਸਿੰਘ ਚੀਮਾ ਸਾਹਿਬ ਕਹਿੰਦੇ ਇਸ ਤਰ੍ਹਾਂ ਦੀ ਕੋਈ ਕਮੇਟੀ ਨਹੀਂ। ਤੇ ਦੂਜੇ ਪਾਸੇ ਇਕੱਲੇ ਉਹਨਾਂ ਨੇ ਨਹੀਂ, ਜਿਹੜੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਬੁਲਾਰੇ ਨੇ ਦਵਿੰਦਰ ਸਿੰਘ ਸੋਢੀ, ਉਹ ਕਹਿੰਦੇ ਜਿੱਥੇ ਸੁਖਬੀਰ ਸਿੰਘ ਬਾਦਲ ਆ ਉੱਥੇ ਢੀਂਡਸਾ ਸਾਹਿਬ ਨੇ ਕੀ ਕਰਨ ਜਾਣਾ, ਸਾਡਾ ਵੀ ਇਹਦੇ ਨਾਲ ਕੋਈ ਲੈਣ ਦੇਣ ਨਹੀਂ। ਤੋਂ ਫਿਰ ਸੁਖਬੀਰ ਸਿੰਘ ਬਾਦਲ ਜਿਹੜਾ ਹੈ ਉਹਨਾਂ ਨੇ ਇਹ ਗੱਲ ਨੂੰ ਬਹੁਤ ਗੰਭੀਰਤਾ ਨਾਲ ਇਸ ਕਰਕੇ ਲਿਆ ਕਿ ਲੋਕ ਇਹ ਕਹਿਣ ਲੱਗੇ ਸੁਖਬੀਰ ਸਿੰਘ ਬਾਦਲ ਜਿਹੜਾ ਹੈ ਜਿੱਥੇ ਹੈ ਉੱਥੇ ਨਹੀਂ। ਇਹ ਕਿ ਪਹਿਲੀ ਵਾਰ ਤਾਂ ਹੋਇਆ ਨਹੀਂ, ਇਹ ਤਾਂ ਜਦੋਂ ਐਡਵੋਕੇਟ ਧਾਮੀ ਨੇ ਵੀ ਮੀਟਿੰਗ ਬੁਲਾਈ ਸੀ ਜਿਹਦੇ 'ਚ ਬਲਜੀਤ ਸਿੰਘ ਦਾਦੂਵਾਲ ਸੀ, ਰੈਨਾ ਕਮੇਟੀ ਵਾਲੇ ਜਿਹੜੇ ਹੜਾਓ ਕਮੇਟੀ ਦੇ ਪ੍ਰਧਾਨ ਨੇ, ਉਹ ਮੀਟਿੰਗ ਦੇ ਵਿੱਚ 11 ਮੈਂਬਰੀ ਕਮੇਟੀ ਜਿਹੜੀ ਬੁਲਾਈ ਗਈ ਸੀ ਬੰਦੀ ਸਿੰਘਾਂ ਲਈ, ਉੱਥੇ ਉਹਨਾਂ ਨੇ ਮੀਟਿੰਗ 'ਚ ਕਹਿਤਾ ਸੀ ਵੀ ਇਹ ਸੁਖਬੀਰ ਸਿੰਘ ਬਾਦਲ ਇਸ ਕਮੇਟੀ 'ਚ ਕੀ ਕਰਦੇ ਨੇ, ਇਹ ਤਾਂ ਸਾਰੇ ਜ਼ਿੰਮੇਵਾਰ ਨੇ
तो ये सारा कुछ दोबारा हो रहा है। इस तरह की एक रणनीति घड़ी जा रही है जिस लगता यह है कि रणनीति च किते ना किते ਜਿਹੜੀ ਬਾਦਲ ਸਾਹਿਬ ਨੂੰ, ਸੁਖਬੀਰ ਸਿੰਘ ਬਾਦਲ ਨੂੰ ਸ਼ਾਇਦ ਨੁਕਰੇ ਲਾਉਣ ਦੀ, ਅਲੱਗ ਕਰਨ ਦੀ ਕੋਈ ਰਣਨੀਤੀ ਤਾਂ ਨਹੀਂ ਨਜ਼ਰ ਆਉਂਦੀ। ਇਉਂ ਚਰਚਾ ਹੋਣੀ ਸ਼ੁਰੂ ਹੋ ਗਈ। ਸ਼ਾਇਦ ਇਸੇ ਕਰਕੇ ਜਵਾਬ ਜਿਹੜੇ ਨੇ ਉਹ ਦਿੱਤੇ ਜਾ ਰਹੇ ਨੇ। ਔਰ ਇਹ ਜਿਹੜੀ ਨਵੀਂ ਖੇਡ ਹੈ, ਇਹ 'ਚ ਕੌਣ ਆ ਸਕਦਾ ਹੈ। ਵੈਸੇ ਪਹਿਲੀ ਵਾਰ ਤਾਂ ਹੋ ਨਹੀਂ ਰਿਹਾ, ਤੁਹਾਡੇ ਯਾਦ ਹੋ ਕਈ ਵਾਰੀ ਹੋਈਆਂ, ਬਹੁਤ ਵਾਰ ਤਾਂ ਅਕਾਲ ਤਖਤ ਦੇ ਜਥੇਦਾਰ ਦੇ ਕੋਲ ਚਲੇ ਜਾਂਦੇ ਨੇ ਕਿ ਤੁਸੀਂ ਬੁਲਾਓ। ਇਸ ਵਾਰ ਜਗਮੀਤ ਸਿੰਘ ਬਰਾੜ ਕਹਿੰਦੇ ਮੈਂ ਕਰਨਾ, ਲੇਕਿਨ ਬਰਾੜ ਸਾਹਿਬ ਦੀ ਭਾਵਨਾ ਨੂੰ ਕੋਈ ਉਹ ਨਹੀਂ ਕਰ ਸਕਦਾ। ਜ਼ਰੂਰਤ ਹੈ ਇੱਕੇ ਦੀ। ਪੰਜਾਬ ਦੇ ਬਹੁਤ ਸਾਰੇ ਐਸੇ ਮਸਲੇ ਨੇ ਜਿਹਦੇ 'ਚ ਜਿਹੜਾ ਹੈ ਪੰਜਾਬ ਦੇ ਹਿੱਤਾਂ ਦੀ ਰਾਖੀ ਕਰਨ ਵਾਲੀ ਪਾਰਟੀ ਕੋਈ ਨਾ ਕੋਈ ਤਾਂ ਹੋਣੀ ਚਾਹੀਦੀ ਹੈ, ਆਪਣੇ ਹਿੱਤਾਂ ਤੋਂ ਉੱਪਰ ਉੱਠ ਕੇ ਜਿਹੜੀ ਗੱਲ ਕਰ ਸਕੇ। ਇਸ ਕਿਸਮ ਦੇ ਹਾਲਾਤ ਦੇ ਵਿੱਚ ਇਹ ਚਰਚਾ ਜਿਹੜੀ ਅਸੀਂ ਅੱਜ ਦਾ ਟੌਪਿਕ ਲਿਆ ਨਾ ਕਿ ਕੀ ਇਹ ਲੀਡਰਸ਼ਿਪ ਬਾਦਲ ਸਾਹਿਬ ਦੀ, ਸੁਖਬੀਰ ਸਿੰਘ ਬਾਦਲ ਦੀ, ਇਹ ਸਰਵਾਈਵ ਰਿਵਾਈਵ ਕਰੂ ਅਕਾਲੀ ਦਲ ਨੂੰ, ਬਗਾਵਤ ਨੂੰ ਜਿਹੜਾ ਹੈ ਉਹ ਜਿਸ ਵੀ ਤਰੀਕੇ ਨਾਲ ਹੋ ਰਹੀ ਹੈ ਸਿੱਧੇ ਤਰੀਕੇ ਨਾਲ ਉਹਨੂੰ ਦਬਾਉਣ ਦੀ ਜਿਹੜੀ ਹੈ ਬਗਾਵਤੀ ਸੁਰਾਂ ਨੂੰ ਕਾਮਯਾਬ ਹੋ। ਇਹ ਤੇ ਆਪਾਂ ਚਰਚਾ ਕਰ ਰਹੇ ਹਾਂ। ਤੇ ਅੱਜ ਅਸੀਂ ਜਿਹੜੀ ਚਰਚਾ ਕਰਨੀ ਹੈ, ਮੇਰੇ ਨਾਲ ਜਿਹੜੇ ਚੜ੍ਹਦੀ ਕਲਾ ਦੇ ਐਡੀਟਰ ਸਰਦਾਰ ਦਰਸ਼ਨ ਸਿੰਘ ਦਰਸ਼ਕ ਹੋਣਗੇ। ਔਰ ਇਹ ਤੁਸੀਂ ਜਾਣਦੇ ਹੋ ਕਿ ਸੀਨੀਅਰ ਪੱਤਰਕਾਰ ਨੇ। ਅਸੀਂ ਗੱਲਬਾਤ ਕਰਾਂਗੇ। ਤੇ ਇੱਕ ਗੱਲ ਤੁਹਾਨੂੰ ਪਹਿਲਾਂ ਹੀ ਦੱਸ ਦਈਏ, ਇਹ ਪ੍ਰੋਗਰਾਮ ਜਿਹੜਾ ਅੱਜ ਅਸੀਂ ਕਰ ਰਹੇ ਹਾਂ, ਅੱਜ 9:30 ਵਜੇ ਰਾਤ ਨੂੰ, ਜਿਹਦੇ 'ਚ ਅਸੀਂ ਪੂਰਾ ਪ੍ਰੋਗਰਾਮ ਚਰਚਾ ਜਿਹੜਾ ਟੈਲੀਕਾਸਟ ਕਰਦੇ ਆ, ਰਿਪੀਟ ਟੈਲੀਕਾਸਟ ਕਰਦੇ ਆ, ਉਹ ਅੱਜ ਨਹੀਂ ਹੋਣਾ ਕਿਉਂਕਿ ਉਸ ਵੇਲੇ ਇੱਕ ਲਾਈਵ ਟੈਲੀਕਾਸਟ ਹੋਣਾ ਹੈ। ਇਸ ਕਰਕੇ ਇਹ ਪ੍ਰੋਗਰਾਮ ਜਿਹੜਾ ਹੈ ਅੱਜ 5:30 ਤੋਂ ਲੈ ਕੇ 20-25 ਮਿੰਟ ਤੁਸੀਂ ਦੇਖ ਸਕੋਗੇ। ਦਰਸ਼ਕ ਜੀ, ਲੱਗਦਾ ਕੀ ਹੈ ਜਿਹੜਾ ਤੁਹਾਨੂੰ ਜੋ ਗੱਲ ਮੈਂ ਕਹੀ ਹੈ, ਕਿਉਂ ਲੱਗਦਾ ਤੁਹਾਨੂੰ ਕਿ ਇਹ ਜਿਹੜੀ ਜੋ ਜਗਮੀਤ ਸਿੰਘ ਬਰਾੜ ਨੇ ਕੀਤਾ ਹੈ, ਇਹਦੇ ਪਿੱਛੇ ਤੁਹਾਨੂੰ ਰਣਨੀਤੀ ਕਿਵੇਂ ਨਜ਼ਰ ਆਉਂਦੀ ਹੈ? ਇਹ ਸਾਹਿਬ, ਇਸ ਸਮੇਂ ਜੋ ਜਗਮੀਤ ਬਰਾੜ ਨੇ ਗੱਲਬਾਤ ਕਹੀ ਹੈ ਉਸ ਤੋਂ ਇਹੀ ਲੱਗਦਾ, ਪਹਿਲੀ ਗੱਲ ਤਾਂ ਇਹ ਹੈ ਕਿ ਇਸ ਦੇ ਵਿੱਚ ਸਭ ਤੋਂ ਵੱਡੀ ਜੇ ਪਾਰਟੀ ਹੈ ਤਾਂ ਉਹ ਹੈਗੇ ਸ਼੍ਰੋਮਣੀ ਅਕਾਲੀ ਦਲ, ਤੇ ਦੂਜਾ ਧੜਾ ਹੈਗਾ ਸੁਖਦੇਵ ਸਿੰਘ ਢੀਂਡਸਾ ਦਾ। ਉਹਨਾਂ ਨੇ ਮੁੱਢੋਂ ਹੀ ਉਹਨਾਂ ਦੀ ਜਿਹੜੀ ਤਜਵੀਜ਼ ਹੈ ਰੱਦ ਕਰਤੀ ਹੈ ਤੇ ਉਸ ਨੂੰ ਕਹਿੰਦੇ ਅਸੀਂ ਸਵੀਕਾਰ ਨਹੀਂ ਕਰਦੇ। ਢੀਂਡਸਾ ਉਹਨਾਂ ਦੀ ਅਲੱਗ ਦਲੀਲ ਹੈ ਤੇ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਜਿਹੜੇ ਧੜੇ ਦੀ ਅਲੱਗ ਦਲੀਲ ਹੈ। ਤੇ ਇਸ ਗੱਲ ਕਰਕੇ ਇਹ ਆਪਾਂ ਕਹਿ ਸਕਦੇ ਹਾਂ ਕਿ ਲਗਾਤਾਰ ਜਿਹੜੇ ਅਕਾਲੀ ਦਲ ਦੇ ਵਿੱਚ, ਜਿਸ ਤਰੀਕੇ ਨਾਲ ਤੁਸੀਂ ਵੀ ਦੱਸਿਆ ਕਿ ਲਗਾਤਾਰ ਲੀਡਰਸ਼ਿਪ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ, ਉਹਦਾ ਕਾਰਨ ਇਹੀ ਹੈ ਕਿ ਸਭ ਤੋਂ ਵੱਡਾ ਕਾਰਨ ਹੈ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ, ਜਿਹੜੀ ਸੁਖਬੀਰ ਸਿੰਘ ਬਾਦਲ ਦੀ ਹੈ, ਉਹ ਜਿਹੜੀ ਅਕਾਲੀ ਦਲ ਨੂੰ ਜਿਹੜੀ ਨਵੀਂ ਅਗਵਾਈ ਦੇਣ ਵਿੱਚ ਅਸਮਰਥ ਸਾਬਤ ਹੋ ਰਹੀ ਹੈ। ਤੇ ਜਥੇਬੰਦਕ ਢਾਂਚੇ ਬਾਰੇ ਜਿਵੇਂ ਸੁਖਬੀਰ ਬਾਦਲ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਨਵੰਬਰ ਮਹੀਨੇ ਦੇ ਵਿੱਚ ਜਿਹੜਾ ਅਕਾਲੀ ਦਲ ਦਾ ਜਥੇਬੰਦਕ ਢਾਂਚਾ ਖੜਾ ਕਰ ਲਾਂਗੇ, ਉੱਥੇ ਵੀ ਕੋਈ ਗੱਲਬਾਤ ਹੋਈ ਨਹੀਂ ਹੈ। ਤੇ ਇੱਕ ਵਾਰ ਇਹ ਉਹੀ ਤਰੀਕੇ ਦਾ ਅਵੇਸਲਾਪਣਾ ਹੈ ਜਿਹੜਾ ਕਿ ਉਹਨਾਂ ਨੇ ਪਿਛਲੇ ਜਦੋਂ 2007 ਤੋਂ ਲੈ ਕੇ 2017 ਤੱਕ, ਜਦੋਂ ਤੱਕ ਇਹਨਾਂ ਦੀ ਸੱਤਾ ਰਹੀ ਹੈ, ਇਸ ਤਰ੍ਹਾਂ ਦਾ ਹੀ ਉਹਨਾਂ ਨੇ ਉਸ ਟਾਈਮ ਗੱਲਬਾਤ ਕੀਤੀ ਹੈ। ਤੇ ਇਸ ਸਮੇਂ ਇਹ ਅਕਾਲੀ ਦਲ ਇਸ ਗੱਲ ਕਰਕੇ ਵੀ ਅਧਿਕਾਰ ਹੈ ਕਿ ਜੇਕਰ ਕਿਸੇ ਪਾਰਟੀ ਕੋਲ ਸੱਤਾ ਹੁੰਦੀ ਹੈ ਤਾਂ ਸੱਤਾ ਦੇ ਦੌਰਾਨ ਜਿਹੜੀ ਲੀਡਰਸ਼ਿਪ ਹੈ ਇਕੱਠੀ ਰਹਿੰਦੀ ਹੁੰਦੀ ਹੈ। ਉਹਨਾਂ ਨੂੰ ਇਹ ਲੱਗਦਾ ਹੁੰਦਾ ਵੀ ਕੋਈ ਤਾਂ ਨਾ ਕਿਤੇ ਸਾਡਾ ਵੀ ਕਿਤੇ ਨਾ ਕਿਤੇ ਦਾ ਲੱਗ ਸਕਦਾ, ਕੋਈ ਚੇਅਰਮੈਨ ਨਹੀਂ ਮਿਲ ਸਕਦੀ ਹੈ, ਕੋਈ ਕੁਛ ਮਿਲ ਸਕਦਾ, ਕੋਈ ਜਦੋਂ ਸੱਤਾ ਦੇ ਵਿੱਚ ਹੁੰਦੀ ਹੈ। ਜਦੋਂ ਕੋਈ ਪਾਰਟੀ ਸੱਤਾ ਤੋਂ ਬਾਹਰ ਹੁੰਦੀ ਹੈ ਤਾਂ ਉਸ ਦੇ ਨਾਲ ਇਹੀ ਕੁਛ ਹੁੰਦਾ ਹੈ। ਹੁਣ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ। ਕਾਂਗਰਸ ਦੇਖੋ ਇਸ ਸਮੇਂ ਜਿਹੜਾ ਹੈਗਾ ਰਾਹੁਲ ਗਾਂਧੀ ਪਦ ਯਾਤਰਾ ਵੀ ਕਰ ਰਿਹਾ, ਉਹਨਾਂ ਦੀ ਪ੍ਰਧਾਨਗੀ ਦੀ ਚੋਣ ਵੀ ਹੋ ਰਹੀ ਹੈ, ਪਰ ਇਹ ਦੇਖੋ ਵੀ ਸੂਬਿਆਂ ਦੇ ਵਿੱਚ ਕਿਵੇਂ ਅਲੱਗ ਥਲੱਗ ਪੈ ਰਹੀ ਹੈ। ਉਹੀ ਕੁਛ ਅਕਾਲੀ ਦਲ ਦਾ ਹੋ ਰਿਹਾ। ਚਾਹੇ ਕਿ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਹੈ, ਪਰ ਇਹ ਹੈ ਕਿ ਜਿਹੜੇ ਇਸ ਸਮੇਂ ਘੋਰ ਨਿਰਾਸ਼ਾ ਹੈ ਅਕਾਲੀ ਦਲ ਦੇ ਵਿੱਚ, ਉੱਪਰਲੇ ਪੱਧਰ ਤੋਂ ਲੈ ਕੇ ਹੇਠਲੇ ਪੱਧਰ ਤੱਕ ਜਿਹੜੇ ਕਾਰਕੁਨ ਨੇ ਉਹ ਨਿਰਾਸ਼ਾ ਦੇ ਵਿੱਚ, ਉਹਨਾਂ ਨੂੰ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ ਹੈਗਾ। ਇਸੇ ਗੱਲ ਕਰਕੇ ਕੋਈ ਨਾ ਕੋਈ ਲੀਡਰ ਜਿਹੜਾ ਹੈਗਾ ਕੋਈ ਨਾ ਕੋਈ ਮਤਲਬ ਇਸ ਤਰੀਕੇ ਦੇ ਯਤਨ ਕਰ ਰਿਹਾ ਹੈ ਵੀ ਕਿਵੇਂ ਨਾ ਕਿਵੇਂ
ਇਹ ਅਕਾਲੀ ਦਲ ਫੇਰ ਤੋਂ ਸਰਵਾਈਵ ਹੋਵੇ। ਉਹ ਯਤਨਾਂ ਦੇ ਦੇਖੋ ਵਿੱਚੋਂ ਹੀ ਆਪਾਂ ਜਗਮੀਤ ਬਰਾੜ ਦਾ ਵੀ ਗੱਲ ਕੱਲੀ ਇਹੀ ਨਹੀਂ, ਗੱਲ ਉਲਟਾ ਐਂਗਲ ਵੀ ਦੇਖ ਲਈਏ ਦਰਸ਼ਨ ਜੀ। ਆਪਾਂ ਇਹ ਐਂਗਲ ਇਸ ਤਰ੍ਹਾਂ ਦੇਖੀਏ ਕਿ ਸਰਦਾਰ ਜਗਮੀਤ ਸਿੰਘ ਬਰਾੜ ਨੂੰ, ਮਨਪ੍ਰੀਤ ਸਿੰਘ ਇਆਲੀ ਨੂੰ ਇਹਨਾਂ ਨੇ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਭਾਵੇਂ ਬਾਹਰ ਨਹੀਂ ਕੱਢਿਆ, ਪਰ ਉਹਨਾਂ ਨੂੰ ਪਹਿਲਾਂ ਵਾਂਗ ਕੋਈ ਰੁਤਬਾ ਨਹੀਂ ਦਿੱਤਾ ਜਾ ਰਿਹਾ। ਜਿਹੜੀਆਂ ਮੀਟਿੰਗਾਂ ਨੇ ਜਾਂ ਕੋਰ ਕਮੇਟੀ ਦੀਆਂ ਜਿਹੜੀਆਂ ਮੀਟਿੰਗਾਂ ਨੇ ਉਹਦੇ 'ਚ ਵੀ ਇਹਨਾਂ ਨੂੰ ਜਿਹੜਾ ਹੈ ਨਹੀਂ ਬੁਲਾਇਆ ਜਾ ਰਿਹਾ। ਰਸਮੀ ਤੌਰ ਤੇ ਬਾਹਰ ਨਹੀਂ ਕੀਤਾ ਗਿਆ, ਪਰ ਇਹਦਾ ਮਤਲਬ ਇਹ ਨਹੀਂ ਕਿ ਪਾਰਟੀ ਦੇ ਵਿੱਚ ਉਹ ਕਿਤੇ ਵੀ ਡਿਸੀਜਨ ਮੇਕਿੰਗ 'ਚ ਹੋਣ। ਸ਼ਾਇਦ ਇਹ ਵੀ ਕਾਰਨ ਹੈ, ਜਗਮੀਤ ਸਿੰਘ ਬਰਾੜ ਨੂੰ ਲੱਗਦਾ ਤਾਂ ਇਹੀ ਹੈ ਵੀ ਮੈਂ ਕਿਹੜਾ ਪਾਰਟੀ 'ਚ ਹੈ, ਔਰ ਪਾਰਟੀ 'ਚੋਂ ਹੈ ਵੀ ਕਦੇ ਕਾਂਗਰਸ 'ਚ ਵੀ ਇਸ ਤਰੀਕੇ ਨਾਲ ਬਹੁਤ ਵਾਰ ਹੁੰਦਾ ਹੈ। ਸਿਆਸਤ ਦੇ ਵਿੱਚ ਇੱਕ ਗਲਤ ਕਦਮ ਜਦੋਂ ਕੋਈ ਬੰਦਾ ਚੱਕ ਲੈਂਦਾ ਨਾ, ਫਿਰ ਸਾਰੀ ਉਮਰ ਮੰਜ਼ਿਲ ਲੱਭਦਾ ਰਹਿੰਦਾ। ਸਿਆਸਤ ਕੀ ਜ਼ਿੰਦਗੀ 'ਚ ਇਹੀ ਹੁੰਦਾ ਹੈ, ਇੱਕ ਵੀ ਗਲਤ ਕਦਮ ਕਿਸੇ ਪਾਸੇ ਵੀ ਕਈ ਵਾਰੀ ਜਦੋਂ ਉੱਠ ਖੜਦਾ ਜ਼ਿੰਦਗੀ 'ਚ ਤਾਂ ਮੰਜ਼ਿਲ ਨਹੀਂ ਮਿਲਦੀ। ਬਸ ਇਸ ਤਰ੍ਹਾਂ ਦੀ ਗੱਲ ਸ਼ਾਇਦ ਇਸੇ ਕਰਕੇ ਇਹ ਕਿਹਾ ਗਿਆ ਸੀ ਨਾ ਕਿ ਨਾ ਇਧਰ ਕੇ ਰਹੇ ਨਾ ਉਧਰ ਕੇ ਰਹੇ, ਨਾ ਖੁਦਾ ਹੀ ਮਿਲਾ ਨਾ ਵਿਸਾਲੇ ਸਨਮ। ਪਤਾ ਹੀ ਨਹੀਂ ਲੱਗਦਾ ਕਿ ਕਰੀਏ ਕੀ। ਪਹਿਲਾਂ ਕਾਂਗਰਸ, ਹੁਣ ਇੱਥੇ ਕੱਲਾ ਉਹੀ ਨਹੀਂ। ਤੇ ਇਹੀ ਗੱਲ ਜਿਹੜਾ ਹੈ ਸੁਖਬੀਰ ਸਿੰਘ ਬਾਦਲ ਨੂੰ ਕੁਝ ਪਤਾ ਲੱਗਦੀ ਕਿ ਜਿਹਨੂੰ ਇੱਕ ਦੂਜੇ ਨੂੰ ਉਹ ਗਦਾਰ ਕਹਿੰਦੇ ਸੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਪਰਮਜੀਤ ਸਿੰਘ ਸਰਨਾ, ਉਹਦੇ ਨਾਲ ਹੁਣ ਗੱਲ ਵਕੜੀ ਪਾ ਲਈ ਤੇ ਹੁਣ ਪੰਥਕ ਮੇਲ ਕਰ ਲਿਆ। ਪੰਥਕ ਮੇਲ ਕਿੰਨਾ ਕਿਚਰ ਚੱਲਦਾ ਹੈ ਇਹ ਵੀ ਆਪਣੇ ਆਪ 'ਚ ਹੈ। ਤੋਂ ਇੰਨਾ ਕੁਛ ਸਿਆਸਤ 'ਚ ਚੱਲ ਰਿਹਾ ਹੈ ਤੇ ਉਹ ਕਿਤੇ ਨਾ ਕਿਤੇ ਦਰਸ਼ਨ ਜੀ ਕਹਿ ਤਾਂ ਠੀਕ ਰਹੇ ਨੇ, ਨਿਰਾਸ਼ਾ ਤੋਂ ਨਿਕਲਣ ਲਈ ਚਾਹੇ ਬੰਦੇ ਦੀ ਮਾਨਸਿਕ ਹਾਲਤ ਦੀ ਡਿਪਰੈਸ਼ਨ ਹੋਵੇ, ਚਾਹੇ ਪਾਰਟੀਆਂ ਦਾ ਡਿਪਰੈਸ਼ਨ ਹੋਵੇ, ਬਹੁਤ ਮਿਹਨਤ ਕਰਨੀ ਪੈਂਦੀ ਹੈ। ਜਿਹੜੀ ਮਿਹਨਤ ਸੁਖਬੀਰ ਸਿੰਘ ਬਾਦਲ ਵੀ ਕਰ ਰਹੇ ਨੇ, ਜਿਹੜੀ ਮਿਹਨਤ ਲੋਕ ਆਪਣੇ ਪੱਧਰ ਤੇ ਬਰਾੜ ਸਾਹਿਬ ਵਰਗੇ ਵੀ ਕਰ ਰਹੇ ਨੇ। ਆਪਾਂ ਇਹ ਚਰਚਾ ਜਾਰੀ ਰੱਖਣੀ ਹੈ। ਬਸ ਇੱਕ ਬ੍ਰੇਕ ਲੈ ਲਈਏ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਮੈਂ ਦੱਸ ਰਿਹਾ ਸੀ ਬ੍ਰੇਕ ਤੋਂ ਪਹਿਲਾਂ ਤੁਹਾਨੂੰ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਿਆਸਤ ਦੇ ਵਿੱਚ ਜਿਹੜਾ ਅਸੰਭਵ ਲੱਗਦਾ ਸੀ ਕੱਲ ਤਾਂ ਉਹ ਵੀ ਕਰ ਲਿਆ। ਕੱਲ 23 ਸਾਲ ਬਾਅਦ ਜਿਹੜਾ ਹੈ ਪਰਮਜੀਤ ਸਿੰਘ ਸਰਨਾ ਉਹਨਾਂ ਨਾਲ ਮਿਲ ਗਏ। ਹੁਣ ਦਿੱਲੀ ਦੇ ਵਿੱਚ ਜਿਹੜੀ ਕਿੰਨੇ ਪਾਪੜ ਬਿਲਣੇ ਪੈ ਰਹੇ ਨੇ, ਦਿੱਲੀ ਦੇ ਵਿੱਚ ਉਹਨਾਂ ਨੂੰ ਵੀ ਮਾੜਾ ਮੋਟਾ ਮੇਰਾ ਕਿਤੇ ਹੱਥ ਪੈ ਜੇ, ਇਹ ਵੀ ਕੋਸ਼ਿਸ਼ ਹੋ ਰਹੀ ਹੈ। ਪੰਜਾਬ 'ਚ ਵੀ ਕੋਈ ਇਹ ਨਹੀਂ ਕਿ ਜਦੋਂ ਦਾ ਜਥੇਬੰਦਕ ਢਾਂਚਾ ਭੰਗ ਕੀਤਾ ਉਸ ਤੋਂ ਬਾਅਦ ਮੀਟਿੰਗਾਂ ਵੀ ਹੋ ਰਹੀਆਂ ਨੇ। ਕੌਣ ਡਿਸੀਜਨ ਲੈ ਰਿਹਾ ਹੈ, ਕਿਹੜੀ ਕੋਰ ਕਮੇਟੀ ਹੈ, ਕੋਰ ਕਮੇਟੀ ਦੇ ਨਾਲੇ ਭੰਗ ਕਰਤੀ। ਤੋ ਇਹ ਬੜਾ ਕੁਝ ਅੰਦਰ ਚੱਲੀ ਜਾਂਦਾ, ਇਹ ਵੀ ਨਹੀਂ ਪਤਾ ਲੱਗਦਾ ਕੌਣ ਕਿਹਦੇ ਨਾਲ ਆ ਉੱਥੇ। ਤੇ ਜਿਵੇਂ ਪ੍ਰੇਮ ਸਿੰਘ ਚੰਦੂਮਾਜਰਾ ਸੀਨੀਅਰ ਲੀਡਰ ਹੈ, ਪਤਾ ਹੀ ਨਹੀਂ ਕਿ ਪਹਿਲਾਂ ਤਾਂ ਉਹ ਇੱਧਰ ਮੀਟਿੰਗ ਵੀ ਕੀਤੀ ਕਾਹਲੋਂ ਸਾਹਿਬ ਦੇ ਘਰ, ਤੇ ਜਦੋਂ ਉਹਨਾਂ ਨੂੰ ਕਿਹਾ ਮੀਟਿੰਗ ਕਿਉਂ ਕੀਤੀ, ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਕੀਤੀ। ਇਹ ਜਿਹੜਾ ਮਜ਼ਬੂਤ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ, ਇਹਨੂੰ ਸ਼ਾਇਦ ਦਰਸ਼ਕ ਜੀ ਬਗਾਵਤੀ ਸੁਰਾਂ ਦਾ ਨਾਮ ਦਿੰਦੇ ਨੇ। ਕਿਉਂ ਜੀ ਦਰਸ਼ਨ ਜੀ, ਇਹੀ ਗੱਲ ਹੈ। ਦੇਖੋ ਵਾਰੀ ਸਾਹਿਬ, ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜਿਹੜੀ ਘੋਰ ਨਿਰਾਸ਼ਾ ਹੈ, ਜਦੋਂ ਹੁਣ ਆਪਾਂ ਦੇਖੀਏ ਕਿ ਜਦੋਂ 2017 ਦੇ ਵਿੱਚ ਵੋਟਾਂ ਪਈਆਂ ਤਾਂ ਉਸ ਸਮੇਂ ਅਕਾਲੀ ਦਲ ਨੂੰ ਤਕਰੀਬਨ 35% ਵੋਟਾਂ ਪਈਆਂ ਸੀਗੀਆਂ, ਤੇ ਹੁਣ ਜਦੋਂ 2022 ਦੀਆਂ ਵੋਟਾਂ ਪਈਆਂ ਨੇ ਉਦੋਂ 22% ਰਹਿ ਗਈਆਂ। ਇਹਦਾ ਮਤਲਬ ਇਹ ਹੈ ਕਿ ਅਕਾਲੀ ਦਲ ਨੂੰ ਲਗਾਤਾਰ ਇਹ ਜਿਹੜਾ ਹੈਗਾ ਖੂਰਾ ਲੱਗ ਰਿਹਾ। ਤੇ ਜੇਕਰ ਅਸੀਂ ਮਾਲਵੇ ਖੇਤੇ ਦੀ ਵੀ ਗੱਲ ਕਰਦੇ ਆ, ਜਿੱਥੋਂ ਜਗਮੀਤ ਬਰਾੜ ਖੁਦ ਵੀ ਆਉਂਦੇ ਆ, ਉਹਦਾ ਜੇ ਮੈਂ ਤੁਹਾਨੂੰ ਇੱਕ ਜਿਹੜਾ ਹੈਗਾ ਅੰਕੜੇ ਦੱਸਾਂ ਬੜੇ ਦਿਲਚਸਪ ਨੇ। ਹਾਂਜੀ ਵਾਲੀ ਸਾਹਿਬ, ਤੇ ਜਿਹੜੇ ਜੱਟ ਸਿੱਖ ਸੀਗੇ ਹਮੇਸ਼ਾ ਅਕਾਲੀ ਦਲ ਦੇ ਨਾਲ ਜੁੜੇ ਰਹਿੰਦੇ ਸੀਗੇ, ਉਹ ਤਕਰੀਬਨ 26% ਵੋਟਾਂ ਹੀ ਪਈਆਂ ਐਕਟੀ ਅਕਾਲੀ ਦਲ ਨੂੰ, ਤੇ ਆਮ ਆਦਮੀ ਪਾਰਟੀ ਨੂੰ ਉਹ ਤਕਰੀਬਨ 46% ਪੈ ਗਈਆਂ। ਤੇ ਇਸੇ ਤਰੀਕੇ ਦੇ ਨਾਲ ਜਿਹੜੀ ਇਹਦੇ ਨਾਲੋਂ ਅਕਾਲੀ ਦਲ ਨਾਲੋਂ ਕਾਂਗਰਸ ਵੀ ਅੱਗੇ ਰਹਿ ਗਈ ਹੈ। ਤੇ ਇਸੇ ਤਰੀਕੇ ਨਾਲ ਹੋਰ ਵੀ ਬੜਾ ਕੁਛ ਹੈ। ਤੇ ਅਕਾਲੀ ਦਲ ਇਸ ਸਮੇਂ ਬੜਾ ਹੀ ਹੇਠਾਂ ਵੱਲ ਜਾ ਰਿਹਾ, ਨਿਘਾਰ ਵੱਲ ਜਾ ਰਿਹਾ ਹੈ। ਨਿਘਾਰ ਵੱਲ ਜਾਂਦੇ ਜਾਂਦੇ ਅਸਲ ਦੇ ਵਿੱਚ ਇਹ ਸਾਰੇ ਕੁਛ ਜਿਹੜਾ 2007 ਤੋਂ ਲੈ ਕੇ 2017 ਦੀਆਂ ਆਪਾਂ ਕਹਿ ਸਕਦੀਆਂ
ਇਹਨਾਂ ਦਾ ਕਾਰਜਕਾਲ ਹੈ ਉਸ ਦੇ ਵਿੱਚ ਕੀ ਹੋਇਆ ਹੈ ਕਿ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹਨੂੰ ਅਣਗੌਲਿਆ ਕੀਤਾ। ਸੁਖਬੀਰ ਬਾਦਲ ਨੂੰ ਪ੍ਰਧਾਨ ਬਣਾਇਆ ਗਿਆ ਤੇ ਉਸ ਪ੍ਰਧਾਨਗੀ ਦੇ ਦੌਰਾਨ ਜਿਹੜਾ ਸੁਖਬੀਰ ਬਾਦਲ ਇਹ ਕਹਿੰਦੇ ਰਹੇ ਕਿ ਅਸੀਂ ਨੌਜਵਾਨ ਲੀਡਰਸ਼ਿਪ ਅੱਗੇ ਲੈ ਕੇ ਆਉਣੀ ਆ, ਉਸ ਨੌਜਵਾਨ ਲੀਡਰਸ਼ਿਪ ਦੇ ਜਿਹੜੀ ਅਗਵਾਈ ਦੇ ਵਿੱਚ ਕੀ ਕੁਝ ਹੋਇਆ। ਉਹਦੇ ਵਿੱਚ ਸ਼ਰਾਬ ਮਾਫੀਆ ਅੱਗੇ ਆਇਆ, ਨਸ਼ੇ ਅੱਗੇ ਆਏ, ਕਾਨੂੰਨ ਤੇ ਵਿਵਸਥਾ ਜਿਹੜੀ ਵਿਗੜੀ ਹੈ, ਗੈਂਗਸਟਰ ਪੈਦਾ ਹੋਏ, ਨਸ਼ਿਆਂ ਦਾ ਤਾਂ ਤੁਹਾਨੂੰ ਪਤਾ ਹੀ ਹੈ ਕਿੱਥੇ ਤੱਕ ਚਿੱਟਾ ਕਿਵੇਂ ਫੈਲਿਆ। ਇਹ ਸਾਰਾ ਕੁਝ ਜਿਹੜਾ ਹੈਗਾ ਅਕਾਲੀ ਦਲ ਦੇ ਖਿਲਾਫ ਜਿਹੜਾ ਲੋਕ ਖੜੇ ਹੋ ਗਏ ਤੇ ਇਹੀ ਕਾਰਨ ਹੈ ਕਿ ਪਹਿਲਾਂ ਕਾਂਗਰਸ ਆਈ ਤੇ ਹੁਣ ਆਮ ਆਦਮੀ ਪਾਰਟੀ ਆਈ ਤੇ ਸੰਗਰੂਰ ਦੀ ਚੋਣ ਨੇ ਤਾਂ ਬਿਲਕੁਲ ਹੀ ਹੱਦ ਹੀ ਕਰ ਦਿੱਤੀ ਹੈ ਕਿ 5ਵੇਂ ਸਥਾਨ ਦੇ ਉੱਤੇ ਅਕਾਲੀ ਦਲ ਆ ਰਿਹਾ। ਐਸੇ ਦੇ ਵਿੱਚ ਜਿਹੜਾ ਹੈਗਾ ਜਿਹੜੀ ਸਾਰੀ ਲੀਡਰਸ਼ਿਪ ਹੈ ਚਾਹੇ ਦਰਸ਼ਨ ਤੁਸੀਂ ਠੀਕ ਕਹਿ ਰਹੇ ਹੋ। ਬਹੁਤ ਵਾਰ ਲੋਕ ਪੁੱਛਦੇ ਨੇ ਵੀ ਇਹ ਅਚਾਨਕ ਅਕਾਲੀ ਤੇ ਕਾਂਗਰਸ ਪੁਰਾਣੀਆਂ ਪਾਰਟੀਆਂ ਦੇ ਹੁੰਦੇ ਆਮ ਆਦਮੀ ਪਾਰਟੀ ਕਿਵੇਂ ਦਾਲ ਆ ਗਈ। ਉਹ ਭਾਈ ਗੱਲ ਇਹ ਹੈ, ਇਹ ਹਾਰੇ ਨੇ। ਬਹੁਤ ਵਾਰ ਬੰਦੇ ਜਿਹੜੇ ਜਦੋਂ ਪਾਰਟੀਆਂ ਤੋਂ ਲੋਕ ਅੱਕ ਜਾਂਦੇ ਨੇ, ਜਿਵੇਂ ਪੰਜਾਬ ਦੇ ਲੋਕ ਦੋਨੇ ਪਾਰਟੀਆਂ ਤੋਂ, ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਤੋਂ ਤਾਂ ਆਪਾਂ ਬਹੁਤ ਵਾਰ ਇਹ ਗੱਲ ਕੀਤੀ ਹੈ ਕਿ ਉਹ ਜਦੋਂ ਬੇਅਦਬੀ ਤੋਂ ਬਾਅਦ ਜੋ ਕੁਝ ਹੋਇਆ, ਜਿਸ ਤਰੀਕੇ ਨਾਲ ਜਿਹੜੇ ਕੰਮ ਕੀਤੇ, ਸਾਰੇ ਅੱਕੇ ਹੋਏ ਸੀ। ਤਾਂ ਚਲੋ ਜਿੱਤ ਗਏ। ਹੁਣ ਤਾਂ ਗੱਲ ਤਾਂ ਅੱਜ ਦੀ ਹੈ। ਅੱਜ ਕੀ ਹੋ ਰਿਹਾ, ਕਿੰਨਾ ਕੁ ਕੋਸ਼ਿਸ਼ਾਂ ਹੋ ਰਹੀਆਂ ਨੇ, ਹੁਣ ਤਾਂ ਕੁਝ ਹੋਰ ਵੀ ਨਜ਼ਰ ਆਉਣ ਲੱਗ ਗਿਆ। ਤੁਸੀਂ ਇਹ ਦੇਖੋ, ਵਿਕਰਮ ਸਿੰਘ ਮਜੀਠੀਆ ਬਹੁਤ ਤੇਜ਼ ਤਰਾਰ ਲੀਡਰ ਹੈ। ਅੱਜ ਵੀ ਵੱਡਾ ਮਸਲਾ ਖੜਾ ਕੀਤਾ ਹੈ। ਉਹ ਜਿਹੜਾ ਨਾਇਬ ਤਹਿਸੀਲਦਾਰਾਂ ਵਾਲਾ ਵਿਕਰਮ ਸਿੰਘ ਮਜੀਠੀਆ ਨੇ ਹਰ ਰੋਜ਼ ਨਵੇਂ ਮਸਲੇ ਖੜੇ ਕਰਦੇ ਨੇ, ਲੱਭਦੇ ਰਹਿੰਦੇ ਨੇ, ਬੁਲਾਰੇ ਵਧੀਆ ਨੇ, ਸਭ ਕੁਝ ਠੀਕ ਹੈ। ਔਰ ਦੂਜੇ ਪਾਸੇ ਕੀ ਤੁਹਾਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ 'ਚ ਸਭ ਕੁਝ ਠੀਕ ਹੈ, ਜਾਂ ਇਸ ਪਰਿਵਾਰ 'ਚ ਸਭ ਕੁਝ ਠੀਕ ਹੈ, ਕਿ ਜਾਂ ਕੋਈ ਚਾਲ ਹੀ ਹੈ ਇਹ? ਦੇਖੋ, ਜਦੋਂ ਦੇ ਜੇਲ੍ਹ ਤੋਂ ਬਾਹਰ ਆਏ ਨੇ, ਤੁਸੀਂ ਦੱਸੋ ਕਿੰਨੇ ਵਾਰ ਇਕੱਠੇ ਦੇਖੇ ਨੇ ਦੋਨੇ, ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ। ਕਿਤੇ ਨਾ ਕਿਤੇ ਇਹ ਗੱਲ ਵੀ ਦੇਖਣ ਵਾਲੀ ਹੈ। ਇਹ ਠੀਕ ਹੈ ਕਿ ਹਾਲੇ ਬਾਹਰ ਨਹੀਂ ਆਈ, ਇਹ ਠੀਕ ਹੈ ਕਿ ਮੀਡੀਆ 'ਚ ਨਹੀਂ ਆਈ, ਪਰ ਮੀਡੀਆ ਗੱਲਾਂ ਸਮੈਲ ਤਾਂ ਕਰ ਲੈਂਦਾ। ਮੀਡੀਆ ਦਾ ਕੰਮ ਹੀ ਇਹ ਹੁੰਦਾ ਕਿ ਉਹਨੇ ਦੇਖਣਾ ਹੁੰਦਾ ਵੀ ਹੋ ਕੀ ਰਿਹਾ, ਉਹਦਾ ਤੁਹਾਨੂੰ ਐਨਾਲਿਸਿਸ ਕਰਕੇ ਦੱਸਣਾ ਹੁੰਦਾ। ਜਿਵੇਂ ਅਸੀਂ ਦੱਸ ਰਹੇ ਹਾਂ, ਜਗਮੀਤ ਸਿੰਘ ਬਰਾੜ ਨੂੰ ਲੱਗਿਆ ਕਿ ਇਸ ਤੋਂ ਪਹਿਲਾਂ ਇਹ ਮੈਨੂੰ ਕੱਢਣ, ਕਿਉਂਕਿ ਕੱਢੇ ਹੈ ਇੱਕ ਕਿਸਮ ਦਾ, ਤੇ ਫਿਰ ਉਹਨਾਂ ਨੇ ਇਸ ਕਿਸਮ ਦੀ ਜਿਹੜੀ ਹੈ 21 ਮੈਂਬਰੀ ਕਮੇਟੀ ਬਣਾ ਕੇ, ਜੇ ਨਹੀਂ ਵੀ ਆਉਂਦੇ ਘੱਟੋ ਘੱਟ ਸੁਖਬੀਰ ਸਿੰਘ ਬਾਦਲ ਤੇ ਤਾਂ ਲਾਂਛਨ ਲੱਗ ਰਹੇ ਨੇ ਜੀ। ਜੇ ਸੁਖਬੀਰ ਸਿੰਘ ਬਾਦਲ ਨਹੀਂ ਜਾਂਦਾ, ਉਹਨੇ ਚਿਰ ਅਸੀਂ ਤੁਹਾਡੇ ਨਾਲ ਨਹੀਂ ਆਉਂਦੇ। ਲੋਕਾਂ 'ਚ ਤਾਂ ਇਹ ਗੱਲ ਜਾ ਰਹੀ ਹੈ, ਜਿਹੜੀ ਸੁਖਦੇਵ ਸਿੰਘ ਢੀਂਡਸਾ ਨੇ ਵੀ ਕਹੀ ਹੈ। ਸੋ ਇਸ ਤਰੀਕੇ ਨਾਲ ਜਿਹੜੇ ਹਾਲਾਤ ਨੇ ਉਹ ਕੋਈ ਜ਼ਿਆਦਾ ਸਾਜ਼ਗਾਰ ਨਹੀਂ ਹੈਗੇ। ਇਹ ਗੱਲ ਬਿਲਕੁਲ ਠੀਕ ਹੈ ਦਰਸ਼ਕ ਦੀ ਕਿ ਇਹਨਾਂ ਨੇ ਆਪਣੇ ਰਾਜ ਦੇ ਵਿੱਚ ਬਹੁਤ ਕੁਝ ਕੀਤਾ। ਇਹ ਜਿਹੜੀ ਗੱਲ ਕਰ ਰਹੇ ਨਾ, ਇੱਕ ਗੱਲ ਹੋਰ ਵੀ ਹੈ, ਕਈ ਵਾਰੀ ਜਿਹੜੀ ਸਿਚੁਏਸ਼ਨ, ਹੁਣ ਇੱਕ ਸਿਚੁਏਸ਼ਨ ਨੇ ਪਹਿਲਾਂ ਤਾਂ ਬੇਅਦਬੀ ਕਰ ਬੈਠੇ ਜਾਂ ਕਰਵਾਇਆ, ਜੋ ਵੀ ਹੈ ਇਲਜ਼ਾਮ ਹਾਲ ਤੱਕ ਲੱਗਦੇ ਨੇ, ਚਾਹੇ ਬਹਿਬਲ ਕਲਾਂ ਦਾ ਹਾਲੇ ਤੱਕ ਸਿੱਟ ਜਿਹੜਾ ਹੈ ਲੱਗੇ ਹੋਏ ਹੈ। ਜਦੋਂ ਵੀ ਸਿੱਟ ਦੀ ਮੀਟਿੰਗ ਹੁੰਦੀ ਹੈ ਨਾਲ ਦੀ ਨਾਲ ਕਹਿੰਦੇ ਨੇ ਇਹ ਦੱਸੋ ਗੋਲੀ ਦਾ ਆਰਡਰ ਕਿਹਨੇ ਦਿੱਤਾ। ਇਹ ਤਾਂ ਚੱਲ ਹੀ ਰਿਹਾ, ਲੇਕਿਨ ਨਾਲ ਨਾਲ ਜਿਹੜੀ ਗੱਲ ਅਗਲੀ ਚੱਲ ਰਹੀ ਹੈ, ਇੱਕ ਟਾਈਮ ਹੁੰਦਾ ਸੀ ਕਿ ਜੀ ਅਕਾਲੀਆਂ ਤੋਂ ਕੇਂਦਰ ਵੀ ਇਸ ਕਰਕੇ ਡਰਦਾ ਸੀ ਵੀ ਇਹ ਤਾਂ ਮੋਰਚਾ ਲਾ ਦੇਣਗੇ। ਅੱਜ ਕੱਲ ਮੋਰਚਾ ਨਹੀਂ ਲੱਗਦਾ, ਅੱਜ ਕੱਲ ਡਰ ਹੈ ਮੋਰਚੇ ਦਾ, ਪਰ ਇਹਨਾਂ ਤੋਂ ਨਹੀਂ, ਕਿਸਾਨਾਂ ਤੋਂ। ਕਿਸਾਨਾਂ ਨੇ ਇੱਕ ਬਹੁਤ ਵੱਡਾ ਹਥਿਆਰ ਜਿਹੜਾ ਹੈ, ਤੇ ਬਹੁਤ ਵੱਡਾ ਜਿਹੜਾ ਇੱਕ ਗਰੁੱਪ ਹੈ, ਜਿਹੜੇ ਸੈਗਮੈਂਟ ਹੈ ਸਾਡੀ ਸੋਸਾਇਟੀ ਦੀ, ਕਿਸਾਨ, ਉਹ ਜਿਹੜੇ ਅਕਾਲੀਆਂ ਦੇ ਨਾਲ ਹੁੰਦੇ ਸੀ, ਉਹ ਹੁਣ ਕਿਸਾਨ ਵੱਖਰੇ ਤੌਰ ਤੇ ਮੋਰਚੇ ਲਾਉਣ ਲੱਗੇ। ਔਰ ਮੋਰਚੇ ਦੇ ਵਿੱਚ ਇਹਨਾਂ ਕੋਲ, ਨਵੀਂ ਪੀੜ੍ਹੀ ਕੋਲ ਉਹ ਤਾਕਤ ਮੋਰਚਿਆਂ ਦੀ ਨਹੀਂ ਰਹੀ। ਤੇ ਇਸ ਕਰਕੇ ਵੀ ਤੁਸੀਂ ਇਹ ਗੱਲ, ਬਲਜੀਤ ਸਿੰਘ ਦਾਦੂਵਾਲ ਨੂੰ ਮੈਂ ਇੰਟਰਵਿਊ ਕੀਤਾ, ਮੈਂ ਕਿਹਾ ਵੀ ਉਹ ਥੋੜਾ ਵਿਰੋਧ ਕਰ ਰਹੇ ਨੇ। ਉਹ ਕਹਿੰਦਾ ਫਿਰ ਕੀ ਕਰ ਲੈਣ, ਹੁਣ ਕਿਹੜਾ ਕਹਿੰਦੇ ਪੁਰਾਣੇ ਜਥੇਦਾਰ ਨੇ ਕਿ ਕੋਈ ਮੋਰਚਾ ਲਾ ਦੂ। ਇਹ ਤਾਂ ਨਵੀਂ ਪੀੜ੍ਹੀ ਦੇ ਜਥੇਦਾਰ ਨੇ, ਇਹ ਤਾਂ ਟਵੀਟ ਕਰਨ ਵਾਲੇ ਨੇ, ਇਹ ਤਾਂ ਫੇਸਬੁੱਕ ਹੀ ਨੇ, ਇਹ ਤਾਂ ਜਿਹੜਾ ਸੋਸ਼ਲ ਮੀਡੀਆ ਤੇ ਲੜਨ ਵਾਲੇ ਨੇ, ਇਹ ਕਿਹੜਾ ਗਰਾਊਂਡ ਤੇ ਲੜਨ ਵਾਲੇ ਨੇ। ਲੋਕਾਂ ਦੇ ਮਨਾਂ 'ਚ ਜਦੋਂ ਇਹ ਗੱਲ ਜਾਂਦੀ ਹੈ, ਉਦੋਂ ਫਿਰ ਲੱਗਦਾ ਹੈ ਕਿ ਇਹ ਸੱਚਮੁੱਚ ਹੀ ਇੱਕ ਬਹੁਤ ਵੱਡੀ ਸਟਰਗਲ ਦੇ ਵਿੱਚੋਂ ਨਿਕਲ ਰਿਹਾ ਸ਼੍ਰੋਮਣੀ ਅਕਾਲੀ ਦਲ। ਅਸਲ ਦਰਸ਼ਕ ਜੀ ਗੱਲ ਤਾਂ ਇਹ ਹੈ ਕਿ ਜਿਹੜਾ ਕੋਈ ਚੱਲ ਰਿਹਾ ਪਾਵਰ ਸਟਰਗਲ ਤਾਂ ਹੁੰਦੀ ਹੈ ਸਿਆਸੀਆਂ 'ਚ, ਕੁਝ ਨਿਕਲਣ ਦੇ ਵਿੱਚੋਂ ਉਭਰਨ ਦੇ ਸੰਕੇਤ ਕਿਤੇ ਨਜ਼ਰ ਆਉਂਦੇ ਨੇ ਤੁਹਾਨੂੰ? ਦੇਖੋ ਵਾਗੇ ਸਾਹਿਬ,
ਅਕਾਲੀ ਦਲ ਇੱਕ ਬਹੁਤ ਪਾਰਟੀ ਹੈ ਜਿਹੜੀ 1920 ਤੋਂ ਸ਼ੁਰੂ ਹੋਈ। ਉਹਦੇ ਵਿੱਚ ਕੁਰਬਾਨੀਆਂ ਦਾ ਜਜ਼ਬਾ ਸੀਗਾ। ਉਸ ਤੋਂ ਬਾਅਦ ਜਦੋਂ ਭਾਰਤ ਆਜ਼ਾਦ ਹੋਇਆ ਤਾਂ ਅਕਾਲੀ ਦਲ ਨੇ ਉਸ ਸਮੇਂ ਬੜੀਆਂ ਕੁਰਬਾਨੀਆਂ ਦਿੱਤੀਆਂ ਨੇ। ਜਿੰਨੇ ਵੀ ਆਪਾਂ ਹਿੰਦੁਸਤਾਨ ਦਾ ਜਿਹੜਾ ਸਿਸਟਮ ਹੈ ਉਸ ਦੇ ਖਿਲਾਫ ਉਹਨਾਂ ਨੇ ਲੜਾਈ ਲੜੀ ਹੈ। ਜਿਵੇਂ 1975 ਸੀਗਾ, 1975 ਦੇ ਵਿੱਚ ਐਮਰਜੈਂਸੀ ਦੇ ਖਿਲਾਫ ਅਕਾਲੀਆਂ ਦਾ ਮੋਰਚਾ ਲੱਗਿਆ। ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਕੁਰਬਾਨੀਆਂ ਅਕਾਲੀਆਂ ਦੇ ਹੱਕ ਵਿੱਚ ਜਾਂਦੀਆਂ ਨੇ। ਪਰ ਜਿਹੜੀ ਨਵੀਂ ਪੀੜ੍ਹੀ ਹੈ, ਜਿਵੇਂ ਸੁਖਬੀਰ ਬਾਦਲ ਉਹਨਾਂ ਦੀ ਪੀੜ੍ਹੀ ਹੈ, ਇਹਨਾਂ ਨੇ ਕਦੇ ਵੀ ਕੋਈ ਕੁਰਬਾਨੀਆਂ ਨਹੀਂ ਦਿੱਤੀਆਂ। ਇਹਨਾਂ ਨੇ ਸਿਰਫ ਸੱਤਾ ਦਾ ਜਿਹੜਾ ਸਵਾਦ ਹੀ ਚੱਕਿਆ। ਤੇ ਹੁਣ ਉਹ ਸੱਤਾ ਦੇ ਸਵਾਦ ਦੇ ਦੌਰਾਨ ਉਹਨਾਂ ਨੇ ਕੀ ਕੁਛ ਕੀਤਾ, ਜਿਵੇਂ ਆਪਾਂ ਇਹ ਦੇਖਿਆ ਗਿਆ ਉਸ ਸਮੇਂ ਜਿਸ ਦਾ ਵੀ ਕੋਈ ਕਾਰੋਬਾਰ ਚੱਲਦਾ ਸੀਗਾ ਤਾਂ ਕਾਰੋਬਾਰ ਦੇ ਵਿੱਚ ਇੱਕ ਆਮ ਲੋਕਾਂ ਦੇ ਪਰਸੈਪਸ਼ਨ ਬਣੀ ਕਿ ਅਕਾਲੀ ਲੀਡਰਸ਼ਿਪ ਉਹਦੇ ਵਿੱਚ ਹਿੱਸੇਦਾਰ ਬਣ ਜਾਂਦੀ ਹੈ। ਉਹ ਲੋਕ ਵੀ ਅੱਕ ਗਏ। ਇਸ ਦੀ ਟਰਾਂਸਪੋਰਟੇਸ਼ਨ ਦੇ ਵਿੱਚ ਕੀ ਹੋਇਆ, ਜਿਹੜਾ ਸਰਕਾਰੀ ਟਰਾਂਸਪੋਰਟੇਸ਼ਨ ਹੈ ਉਹ ਫੇਲ ਹੋ ਗਈ ਤੇ ਜਦ ਕਿ ਇਹਨਾਂ ਦੇ ਪਰਿਵਾਰ ਦੀ ਟਰਾਂਸਪੋਰਟੇਸ਼ਨ ਵਧ ਗਈ, ਇਹਨਾਂ ਦੇ ਕਾਰੋਬਾਰ ਵਧ ਗਏ, ਇਹਨਾਂ ਦਾ ਕੇਬਲ ਦਾ ਕਾਰੋਬਾਰ ਵਧਿਆ। ਲੋਕਾਂ ਦੇ ਵਿੱਚ ਨਿਰਾਸ਼ਾ ਹੈ। ਜੇ ਦੂਜੇ ਨੂੰ ਵਧਣ ਫੁੱਲਣ ਨਹੀਂ ਦੇਣਾ ਤੇ ਦੂਜੇ ਜੇ ਖਾਸ ਤੌਰ ਤੇ ਅਕਾਲੀ ਦਲ ਦੇ ਵਿੱਚ ਵੀ ਜਿਹੜੇ ਦੂਜੀ ਲੀਡਰਸ਼ਿਪ ਹੈ, ਸੈਕੰਡ ਲਾਈਨ ਦੀ ਲੀਡਰਸ਼ਿਪ ਹੈ, ਉਹਨੂੰ ਵੀ ਅੱਗੇ ਵਧਣ ਨਹੀਂ ਦਿੱਤਾ ਹੈਗਾ। ਹੁਣ ਤੁਸੀਂ ਢੀਂਡਸਾ ਸਾਹਿਬ ਦੀ ਦੇਖ ਲਓ। ਢੀਂਡਸਾ ਸਾਹਿਬ ਜਿੱਥੇ ਖੜਦੇ ਸੀਗੇ ਤਾਂ ਅੰਦਰ ਕੌਨਸਪੈਰਸੀ ਚੱਲ ਜਾਂਦੀ ਸੀਗੀ ਕਿ ਢੀਂਡਸਾ ਸਾਹਿਬ ਨੂੰ ਹਰਾਉਣਾ ਹੈ। ਇਸੇ ਤਰੀਕੇ ਨਾਲ ਹੋਰ ਵੀ ਬੜੇ ਲੀਡਰ ਨੇ ਵੱਡੇ, ਜਿਨ੍ਹਾਂ ਦੇ ਖਿਲਾਫ ਇਹ ਚੱਲਦੀ ਰਹਿੰਦੀ ਸੀਗੀ। ਇਸ ਤੋਂ ਇਲਾਵਾ ਜਿਹੜੇ ਕੋਈ ਲੀਡਰ ਕਿਤੇ ਸਥਾਪਿਤ ਹੋਣ ਲੱਗਦੇ ਸੀਗੇ ਉਹਨਾਂ ਨੂੰ ਬਦਲ ਕੇ ਹੋਰ ਥਾਂ ਤੇ ਸੀਟ ਦੇ ਦਿੱਤੀ ਜਾਂਦੀ ਸੀਗੀ ਤੇ ਇਸ ਤਰ੍ਹਾਂ ਦੀ ਚੱਲ ਰਹੀਆਂ ਸੀਗੀਆਂ। ਹੁਣ ਭਾਵੇਂ ਉਹ ਅਕਾਲੀ ਲੀਡਰ ਸੁਖਬੀਰ ਸਿੰਘ ਬਾਦਲ ਦੇ ਨੇੜੇ ਨਜ਼ਰ ਆਉਂਦੇ ਨੇ, ਪਰ ਅੰਦਰੋਂ ਉਹ ਇਹ ਦੂਜੇ ਪਾਸੇ ਵੀ ਜਾਣ ਵਾਸਤੇ ਤਿਆਰ ਬੈਠੇ ਨੇ। ਤੇ ਜੇਕਰ ਦੇਖੋ ਅਕਾਲੀ ਦਲ ਬਾਰੇ ਇਹ ਕਹਿੰਦੇ ਆ ਇਹ ਵੀ ਇਹਦੀ ਲੀਡਰਸ਼ਿਪ ਹਮੇਸ਼ਾ ਕੁਰਬਾਨੀਆਂ ਦਿੰਦੀ ਰਹੀ ਹੈ। ਜੇ ਇਹ ਅੱਜ ਹਾਲਾਤ ਇਹ ਨੇ ਜਿਹੜੇ ਖਾਸ ਤੌਰ ਤੇ ਸਿੱਖੀ ਭਾਵਨਾ ਜਿਹੜੇ ਅਕਾਲੀ ਦਲ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਉਹ ਕੁਰਬਾਨੀ ਮੰਗ ਰਹੇ ਨੇ। ਕੁਰਬਾਨੀ ਉਹ ਸੁਖਬੀਰ ਬਾਦਲ ਦੀ ਹੈ। ਜੇ ਸੁਖਬੀਰ ਬਾਦਲ ਕਿਸ ਤਰ੍ਹਾਂ ਦੀ ਕੁਰਬਾਨੀ ਦਿੰਦੇ ਆ ਇਹ ਆਪਣੇ ਆਪ ਦੇ ਵਿੱਚ ਇੱਕ ਪ੍ਰਸ਼ਨ ਚਿੰਨ੍ਹ ਹੈ। ਇਸ ਤੋਂ ਪਹਿਲਾਂ ਦਰਸ਼ਕ ਜੀ 12 ਸਾਲ ਬਾਅਦ ਕੁਰਬਾਨੀ ਦੇਣੀ ਹੈ ਉਹਨਾਂ ਨੇ ਪ੍ਰਧਾਨਗੀ ਦੀ, ਉਹ ਵੀ ਜੇ ਮੂਡ ਬਣਿਆ। ਉਹ ਕਹਿੰਦੇ ਇੰਨੀ ਜਲਦੀ ਨਹੀਂ ਕੁਰਬਾਨੀ ਮੈਂ ਦੇਣੀ। ਜਿਹੜਾ ਨਵਾਂ ਉਹਨਾਂ ਨੇ ਇਹ ਗੱਲ ਕੀਤੀ ਹੈ, ਬਿਲਕੁਲ ਤੁਸੀਂ ਸਹੀ ਜਿਹੜੀ ਹੈ ਨਬਜ਼ ਉਂਗਲ ਰੱਖੀ ਹੈ। ਦਰਸ਼ਕ ਜੀ ਆਪਣਾ ਵਕਤ ਲਗਭਗ ਖਤਮ ਹੋ ਰਿਹਾ ਹੈ ਇਸ ਪ੍ਰੋਗਰਾਮ ਦਾ। ਅਸੀਂ ਜੇ ਇਸ ਪ੍ਰੋਗਰਾਮ ਨੂੰ ਇਸ ਤਰੀਕੇ ਨਾਲ ਇਹਦਾ ਐਨਾਲਿਸਿਸ ਦਾ ਜੇ ਐਂਡ ਕਰੀਏ, ਇਹ ਲੱਗਦਾ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੇ ਸਵਾਲ ਪਹਿਲਾਂ ਜਿਹੜੇ ਨਹੀਂ ਚੱਕਦੇ ਸੀ। ਦਰਸ਼ਕ ਹੋਰਾਂ ਨੇ ਇੱਕ ਗੱਲ ਕੀਤੀ ਕਿ ਕੁਝ ਲੀਡਰ ਭਾਵੇਂ ਇਹਨਾਂ ਦੇ ਨਾਲ ਲੱਗਦੇ ਨੇ ਪਰ ਨਹੀਂ, ਬਿਲਕੁਲ ਸਹੀ ਗੱਲ ਹੈ। ਕਿਉਂਕਿ ਨਿੱਜੀ ਤੌਰ ਤੇ ਜਦੋਂ ਮੈਨੂੰ ਮਿਲਦੇ ਨੇ ਤੇ ਉਹਨਾਂ ਨੂੰ ਕਦੇ-ਕਦੇ ਲੱਗਦਾ ਕਿ ਉਹਨਾਂ ਮਨ 'ਚ ਬੜਾ ਰੋਸ ਹੈ। ਰੋਸ ਤਾਂ ਮੈਂ ਕਈ ਲੀਡਰਾਂ ਦਾ ਉਦੋਂ ਦੇਖਿਆ ਜਦੋਂ ਬੀਬਾ ਹਰਸਿਮਰਤ ਕੌਰ ਨੂੰ ਜਿਹੜਾ ਹੈ ਮੰਤਰੀ ਬਣਾ ਦਿੱਤਾ ਗਿਆ। ਉਸ ਵੇਲੇ ਸੀਨੀਅਰ ਬੰਦੇ, ਉਸ ਵੇਲੇ ਬ੍ਰਹਮਪੁਰਾ ਸਾਹਿਬ, ਉਸ ਵੇਲੇ ਢੀਂਡਸਾ ਸਾਹਿਬ, ਉਹ ਇੱਕ ਵਾਰ ਤਾਂ ਇਹ ਵੀ ਸੀ ਕਿ ਵਾਜਪਾਈ ਸਰਕਾਰ ਵੇਲੇ ਜੇ ਮਾੜ ਜਾ ਵੀ ਹਾਂ ਕਰਦੇ ਉਹ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਮੈਂ ਜਿਹੜਾ ਹੈ ਮੰਤਰੀ ਬਣਾਉਣਾ ਚਾਹੁੰਦੇ ਸੀ। ਪਰ ਪਰਿਵਾਰ ਦੇ ਵਿੱਚੋਂ ਨਹੀਂ ਜਾਣੀ ਚਾਹੀਦੀ। ਪਰਿਵਾਰ ਦੇ ਵਿੱਚੋਂ ਜਿਹੜੀ ਪ੍ਰਧਾਨਗੀ ਵੀ ਚਾਹੀਦੀ ਹੈ ਤੇ ਸਾਰੇ ਬਾਕੀ ਜਿਹੜੇ ਮੰਤਰੀ ਵੀ ਇਹਨਾਂ ਦੇ ਪਰਿਵਾਰ ਚੋਂ ਚਾਹੀਦੇ ਨੇ, ਬਾਦਲ ਪਰਿਵਾਰ ਚੋਂ। ਕਿਉਂ ਜਿਹੜਾ ਕਿਹਾ ਗਿਆ ਪਹਿਲਾਂ ਕੋਈ ਬੋਲਿਆ ਨਹੀਂ, ਇਹਦੀ ਗੱਲ ਨਹੀਂ ਬੋਲਿਆ। ਜਦੋਂ ਬੋਲੇ ਸੁਖਬੀਰ ਸਿੰਘ ਢੀਂਡਸਾ ਬੋਲੇ ਤੇ ਉਦੋਂ ਬਾਅਦ ਆਪਾਂ ਦੇਖ ਲਓ ਵੀ ਉਦੋਂ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਵੀ ਹਾਲ ਬੁਰਾ ਹੋਇਆ। ਪਰ ਜਦੋਂ ਵਕਤ ਬੁਰਾ ਆਉਂਦਾ ਹੈ ਉਦੋਂ ਫਿਰ ਐ ਸਮਝ ਲਏ ਵੀ ਕਿਸਾਨ ਅੰਦੋਲਨ ਵੀ ਚੱਲ ਪੈਂਦਾ। ਕਿਸਾਨ ਅੰਦੋਲਨ ਨੇ ਇਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਇਹਨਾਂ ਦਾ ਯੂ ਟਰਨ ਜਾਂ ਕਿਸਾਨਾਂ ਨੇ ਇਹਨਾਂ ਨੂੰ ਮਜਬੂਰ ਨਹੀਂ ਕੀਤਾ ਕਿ ਤੁਸੀਂ ਆ ਜਾਓ ਬਾਹਰ ਤੇ ਤੋੜ ਲਓ 9 ਮਾਸ ਦਾ ਰਿਸ਼ਤਾ, ਬਲਕਿ ਮੈਨੂੰ ਤਾਂ ਇਹ ਲੱਗਦਾ ਕਿ ਉਹ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਨੁਕਸਾਨ ਹੋਇਆ। ਭਾਰਤੀ ਜਨਤਾ ਪਾਰਟੀ ਨਾਲ ਜਿਹੜੀਆਂ ਦੂਰੀਆਂ ਕਿਸਾਨਾਂ ਦੀਆਂ ਵਧੀਆਂ ਪੰਜਾਬ 'ਚ, ਉਹਦਾ ਨੁਕਸਾਨ ਵੀ ਹੋਇਆ। ਹੁਣ ਤਾਂ ਇੱਕ ਵੱਡਾ ਨੁਕਸਾਨ ਦਾ ਡਰ ਜਿਹਦਾ ਜਿਹੜਾ ਲਗਾਤਾਰ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ, ਵੱਡੇ ਬਾਦਲ ਸਾਹਿਬ ਉਹਨਾਂ ਨੂੰ ਸਮਝਾ ਰਹੇ ਨੇ ਕਿ ਤੁਹਾਡੇ ਹੱਥੋਂ ਨਿਕਲ ਜਾਣੀ ਹੈ ਸ਼੍ਰੋਮਣੀ ਕਮੇਟੀ। ਜੇ ਸ਼੍ਰੋਮਣੀ ਕਮੇਟੀ ਨਿਕਲ ਗਈ
ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਉਹੀ ਬਣੂ ਜਿਹਦੇ ਕੋਲੋਂ ਕਮੇਟੀ ਹੋਊਗੀ। ਇਹ ਗੱਲ ਉਹਨਾਂ ਨੂੰ ਸਮਝਾਈ ਜਾ ਰਹੀ ਹੈ ਔਰ ਇਹ ਗੱਲ ਹੈ ਵੀ ਠੀਕ। ਸ਼ਾਇਦ ਇਸੇ ਕਰਕੇ ਹੀ ਇੰਨਾ ਰੌਲਾ ਪੈ ਰਿਹਾ ਹੈ। ਨਹੀਂ, ਹਰਿਆਣਾ ਕਮੇਟੀ ਦਾ ਫਿਰ ਮਤਲਬ ਕੀ ਹੈ ਹਰਿਆਣਾ ਕਮੇਟੀ ਬਾਰੇ? ਜਾਂ ਉਸ ਤੋਂ ਬਾਅਦ ਜਿਹੜਾ ਕੁਛ ਹੈ ਬੰਦੀ ਸਿੰਘਾਂ ਦੀ ਗੱਲ, ਭਈ ਦੋਨੇ ਤੁਸੀਂ ਪਤੀ ਪਤਨੀ ਜਦੋਂ ਲੋਕ ਸਭਾ ਦੇ ਮੈਂਬਰ ਸੀ ਉਦੋਂ ਬੰਦੀ ਸਿੰਘ ਤੁਸੀਂ ਕਿੰਨੇ ਕੁ ਰਿਹਾ ਕਰਾ ਲਏ? ਬਹੁਤ ਵੱਡੇ ਸਵਾਲ ਨੇ, ਪਰਿਵਾਰਵਾਦ ਦਾ, ਬੇਅਦਬੀ ਦਾ, ਬਹੁਤ ਸਾਰੀਆਂ ਗੱਲਾਂ ਨੇ। ਉਹਦੇ ਵਿੱਚ ਇਹ ਜਗਮੀਤ ਸਿੰਘ ਬਰਾੜ ਨੇ 21 ਮੈਂਬਰੀ ਕਮੇਟੀ ਬਣਾ ਕੇ ਇੱਕ ਹੋਰ ਆਪਦੀ ਚਾਲ ਚੱਲੀ ਹੈ। ਕਿਸ ਤਰ੍ਹਾਂ ਦਾ ਮੁਕਾਬਲਾ ਹੁੰਦਾ ਹੈ ਔਰ ਪਰਮਜੀਤ ਸਿੰਘ ਸਰਨਾ ਨਾਲ ਜਿਹੜਾ ਪੰਥਕ ਮੇਲ ਹੋਇਆ ਹੈ ਉਹਦਾ ਕੋਈ ਫਾਇਦਾ ਹੋਊਗਾ ਨਹੀਂ ਹੋਊਗਾ, ਇਹ ਸਵਾਲ ਲਗਾਤਾਰ ਚਰਚਾ ਦੀ ਮੰਗ ਕਰਦੇ ਨੇ। ਅੱਜ ਵੀ ਕੁਝ ਕੋਸ਼ਿਸ਼ ਕੀਤੀ ਹੈ ਕੁਝ ਨੁਕਤੇ ਉਭਾਰਨ ਦੀ, ਤਾਂ ਕਿ ਜਦੋਂ ਅਸੀਂ ਦੁਬਾਰਾ ਤੁਹਾਡੇ ਕੋਲ ਆਈਏ ਤੇ ਤੁਹਾਡੇ ਨਾਲ ਅਸੀਂ ਗੱਲ ਕਰ ਸਕੀਏ। ਤੁਹਾਡੇ ਜਿਹੜੀ ਆ ਹੰਗਾਰੇ ਦੀ ਸਾਨੂੰ ਹਮੇਸ਼ਾ ਉਡੀਕ ਰਹਿੰਦੀ ਹੈ, ਅੱਜ ਵੀ ਰਹੇਗੀ ਜਦੋਂ ਅਸੀਂ ਇਹਨੂੰ YouTube ਤੇ ਜਾਂ Facebook ਤੇ ਪਾਵਾਂਗੇ। ਤੇ ਰਹੀ ਗੱਲ, ਅੱਜ ਪਹਿਲਾਂ ਦੱਸ ਚੁੱਕੇ ਹਾਂ 9:30 ਵਜੇ ਅਜੇ ਪ੍ਰੋਗਰਾਮ ਨਹੀਂ ਹੋਏਗਾ, ਕੱਲ ਤੋਂ ਉਸੇ ਤਰੀਕੇ ਨਾਲ ਹੋਏਗਾ। ਅੱਜ ਵਿਸ਼ੇਸ਼ ਪ੍ਰੋਗਰਾਮ ਹੋਣ ਕਾਰਨ ਅਸੀਂ ਉਹ ਨਹੀਂ ਚਲਾ ਰਹੇ ਇਹ ਚਰਚਾ ਦੁਆਰਾ। ਸੋ ਪਿਆਰੇ ਦਰਸ਼ਕੋ, ਕੱਲ ਸਵੇਰੇ ਆਪਾਂ ਮਿਲਾਂਗੇ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਦੇ ਵਿੱਚ, ਤੇ ਫਿਰ ਕੱਲ ਨੂੰ ਦੁਬਾਰਾ ਚਰਚਾ 'ਚ ਮਿਲਾਂਗੇ ਨਵਾਂ ਮੁੱਦਾ ਲੈ ਕੇ। ਉਦੋਂ ਤੱਕ ਤੋਂ ਦਿਓ ਆ ਗਿਆ। ਦਰਸ਼ਨ ਸਿੰਘ ਦਰਸ਼ਨ ਦਾ ਕਰਦੇ ਹਾਂ ਧੰਨਵਾਦ, ਬਹੁਤ ਬਹੁਤ ਸ਼ੁਕਰੀਆ। चर्चा